So let us start from J&K today. Dear students, J&K means Jammu and Kashmir. ਤੁਹਾਨੂੰ ਪਤਾ ਹੈ ਵੀ ਇਹਨੂੰ 2020 ਦੇ ਵਿੱਚ 19 ਦੇ ਵਿੱਚ 2019 ਚ ਇਹਨੂੰ ਦਰਜਾ ਮਿਲਿਆ ਸੀ। ਮੈਂ ਬਸ ਇੱਕ ਸਿਰਫ ਤੁਹਾਨੂੰ ਮੈਪ ਦਿਖਾਣਾ ਸੀ ਇਹਦਾ, ਠੀਕ ਹੈ। ਹੈਲੋ, ਪਹਿਲੇ ਮਾਈਕ ਆਫ ਕਰ ਲਓ ਸਾਰੇ, ਇੱਕ ਮਿੰਟ। ਸਾਰੇ ਸਟੂਡੈਂਟਸ ਆਪਣੇ ਮਾਈਕ ਆਫ ਕਰ ਲਓ। ਹੋ ਗਏ, ਠੀਕ ਹੈ। ਸੋ ਡੀਅਰ ਸਟੂਡੈਂਟਸ, ਮੈਂ ਇਹ ਦੱਸਣਾ ਸੀਗਾ ਬਈ ਇਹ ਦੇਖੋ, ਇਹ J&K ਦਾ ਮੈਪ ਹੈ, ਦਿਖਾਈ ਦੇ ਰਿਹਾ ਸਾਰਿਆਂ ਨੂੰ? ਇੱਕ ਜਣਾ ਸਿਰਫ ਇੱਕ ਮਾਈਕ। ਓਕੇ ਓਕੇ, ਇਹ ਦੇਖੋ, ਇਹ ਜਿਹੜਾ ਮੈਪ ਦਾ ਹਿੱਸਾ ਹੈ, ਇਹ ਜਿਹੜਾ ਵਾਈਟ ਵਾਲਾ ਹੈ, ਇਹ ਅਸੀਂ ਇੰਡੀਆ ਚ ਦਿਖਾਣੇ ਆ। ਐਕਚੁਅਲੀ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, POK ਹੈ। ਉਹ ਏਰੀਆ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਠੀਕ ਹੈ। ਇਹ ਉਹ ਏਰੀਆ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ। 1948 ਚ 1948 ਚ ਤੁਹਾਨੂੰ ਮੈਂ ਕਸ਼ਮੀਰ ਪ੍ਰਾਬਲਮ ਚ ਦੱਸਿਆ ਹੋਇਆ ਹੈ ਨਾ। ਹਾਂਜੀ ਸਰ, ਯੈਸ ਸਰ। 1948 ਵਿੱਚ ਇਹ ਏਰੀਆ ਪਾਕਿਸਤਾਨ ਨੇ ਕਬਜ਼ੇ ਚ ਲੈ ਲਿਆ ਸੀ, ਠੀਕ ਹੈ। ਫਿਰ ਸਮੱਸਿਆ ਰਹੀ ਆ, ਹੁਣ ਵੀ ਉੱਥੋਂ ਹੀ ਜਿਹੜੇ ਟੈਰੋਰਿਸਟ ਕਰਦੇ, ਪਹਾੜੀ ਇਲਾਕਾ ਵਾ, ਬੜਾ ਖਤਰਨਾਕ ਇਲਾਕਾ। ਗੱਲ ਇਹ ਦੱਸਾਂ, ਇਹ ਜਿਹੜਾ ਏਰੀਆ ਵਾ, ਇਹ ਵੀ ਇੰਡੀਆ ਏਰੀਆ ਜਿਹੜਾ ਚਾਈਨਾ ਨੇ। ਸਰ ਤੁਹਾਡੀ ਵੌਇਸ ਕਲੀਅਰ ਨਹੀਂ ਹੈ। ਠੀਕ ਹੈ, ਹੈਲੋ, ਸਾਡੀ ਆਵਾਜ਼ ਕੱਟ ਕੱਟ ਕੇ ਆ ਰਹੀ ਹੈ, ਵੌਇਸ ਕਲੀਅਰ ਨਹੀਂ ਹੈ। ਮੈਂ ਇਹ ਕਹਿ ਰਿਹਾ, ਨਹੀਂ ਆ ਰਹੀ ਅੱਜ? ਨਹੀਂ ਸਰ, ਕੱਟ ਰਹੀ ਹੈ ਵਿੱਚ। ਹਾਂਜੀ ਸਰ। ਓਕੇ, ਦੇਖੋ ਨਜ਼ਰ ਏਰੀਆ ਨੂੰ। ਹੈਲੋ, ਯੈਸ ਸਰ। ਯੈਸ ਸਰ। ਹੈਲੋ, ਯੈਸ ਸਰ। ਹੁਣ ਕਲੀਅਰ ਹੈ ਸਰ? ਹੁਣ ਕਲੀਅਰ ਹੈ। ਹੈਲੋ, ਹਾਂਜੀ ਸਰ, ਹੁਣ ਕਲੀਅਰ ਹੈ ਆਵਾਜ਼। ਬਾਹਰ ਸਰ ਹੁਣ ਕਲੀਅਰ ਹੈ। ਹੈਲੋ, ਸਰ ਹੈਲੋ ਸਰ, ਤੁਹਾਡੀ ਵੌਇਸ ਕਲੀਅਰ ਆ। ਨਹੀਂ, ਮੈਂ ਅੱਗੇ ਜਦੋਂ ਬੋਲ ਰਿਹਾ ਸੀ ਤੁਸੀਂ ਬੋਲੇ ਨਹੀਂ। ਇੱਕ ਵਾਰ ਦੁਬਾਰਾ ਮੈਂ ਹੈਡਫੋਨ ਲਗਾ ਕੇ ਦੇਖਦਾ। ਹੈਲੋ, ਕਲੀਅਰ ਆ ਹੁਣ? ਵਧੀਆ, ਹਾਂਜੀ ਹਾਂਜੀ ਸਰ ਹਾਂਜੀ ਕਲੀਅਰ ਹੈ। ਕਲੀਅਰ ਹੈ ਹੁਣ। ਅਜੇ ਵੀ ਅਨਕਲੀਅਰ ਹੈ? ਨੋ ਨੋ ਸਰ, ਸਰ ਕਲੀਅਰ ਹੈ ਕਲੀਅਰ ਸਰ। ਹੈ। ਸਾਫ਼ ਹੈ। ਓਕੇ, ਪਤਾ ਕੀ ਹੁੰਦਾ ਵਾ, ਦੇਖੋ ਪਹਿਲੀ ਗੱਲ ਇਹ ਹੈ ਵੀ ਇਹਦਾ ਸਿਸਟਮ ਇਹ ਹੈ ਵੀ ਇਹਦਾ ਇੱਕ ਹੀ ਮਾਈਕ ਇੱਕ ਵੇਲੇ ਵਧੀਆ ਕੰਮ ਕਰਦਾ। ਤੁਹਾਡੇ ਸਾਰੇ ਮਾਈਕ ਆਫ ਹੋਣਗੇ ਤੇ ਫਿਰ ਵਧੀਆ ਰਹੇਗਾ। ਸਿਰਫ ਇੱਕ ਬੱਚਾ, ਕੋਈ ਸਟੂਡੈਂਟ
अपना ऑन रखे यस नो वास्ते, ठीक है। बाकी सारे ऑफ ही रखो। फिर देखते एक बार कोशिश करके। ओके रिशु तुसी ऑन रखो माइक, बाकी ऑफ करो। रिशु हाँ जी सर, सुनेगा नहीं। हेलो। हेलो। हाँ जी, तो मेरी आवाज साफ सुनाई दे रही है? हाँ जी। हाँ या ना? हाँ जी सर, साफ है। नहीं? सर साफ है, क्लियर है आवाज। ओके ओके ठीक है रिशु। ਮੈਂ ਇਸ ਮੈਪ ਤੋਂ ਆਪਾਂ ਦੋ ਗੱਲਾਂ ਸਿੱਖੀਆਂ ਨੇ। ਇੱਕ ਤੇ ਇਹ ਇੰਡੀਆ ਦਾ ਮੈਪ ਹੈ, ਸਾਨੂੰ ਇਦਾਂ ਹੀ ਮੈਪ ਹਮੇਸ਼ਾ ਦਿਖਾਉਣਾ ਹੁੰਦਾ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਬਈ ਦੋ ਤਰ੍ਹਾਂ ਦਾ ਮੈਪ ਹੈ, ਇਹਦੇ ਚ ਉਹ ਵੀ ਹਿੱਸਾ ਹੈ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਜਿਹਨੂੰ ਅਸੀਂ POK ਕਹਿੰਦੇ ਆ, ਪਾਕਿਸਤਾਨ ਆਕੂਪਾਈਡ ਕਸ਼ਮੀਰ, ਠੀਕ ਹੈ। ਇਹ ਏਰੀਆ ਉਹ ਏਰੀਆ ਵਾ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਜਿਹੜਾ ਕਬਾਇਲੀ ਦੇ ਭੇਸਾਂ ਵਿੱਚ ਪਾਕਿਸਤਾਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ, ਠੀਕ ਹੈ। ਇਹ ਉਹ ਏਰੀਆ ਦੂਜੇ ਪਾਸੇ ਇੱਕ ਸੈਕਿੰਡ, ਇਹ ਏਰੀਆ ਪਾਕਿਸਤਾਨ ਕੋਲ ਹੈ, ਇਹ ਏਰੀਆ ਚਾਈਨਾ ਕੋਲ ਹੈ, ਜਿਹੜਾ 1962 1962 ਵਿੱਚ ਚਾਈਨਾ ਨੇ ਸਾਡੇ ਕੋਲੋਂ ਖੋਹ ਲਿਆ ਸੀਗਾ ਲੜਾਈ ਵਿੱਚ। ਇਹ ਏਰੀਆ 1948-49 ਦੇ ਵਿੱਚ ਜਿਹਦੀ ਲੜਾਈ ਹੋਈ ਹੈ ਇੰਡੀਆ ਪਾਕਿਸਤਾਨ ਦੀ, ਠੀਕ ਹੈ, ਉਹਦੇ ਚ ਪਾਕਿਸਤਾਨ ਨੇ ਕਬਜ਼ੇ ਚ ਲੈ ਲਿਆ ਸੀ। ਜਦੋਂ ਸਾਡੀਆਂ ਸੈਨਾਵਾਂ ਐਂਟਰ ਕੀਤੀਆਂ ਉਦੋਂ ਤੱਕ ਇਹ ਕਬਜ਼ੇ ਚ ਹੈਗਾ ਸੀਗਾ ਉਹਨਾਂ ਦੇ। ਓਕੇ ਸੁਣੋ ਰਿਸ਼ੂ, ਤੀਜੀ ਗੱਲ ਇਹ ਹੈ ਵੀ ਇਹ ਏਰੀਆ ਜਿਹੜਾ ਜੰਮੂ ਐਂਡ ਕਸ਼ਮੀਰ ਬਣ ਚੁੱਕਾ ਹੈ ਇੱਕ, ਤੇ ਦੂਜਾ ਲਦਾਖ, ਇਹ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਗਏ ਆ, ਠੀਕ ਹੈ। ਹੁਣ ਇਹ ਪੋਸੀਬਿਲਿਟੀ ਹੈ ਵੀ ਇਹਨਾਂ ਦੋਵਾਂ ਨੂੰ ਸ਼ਾਇਦ ਦੁਬਾਰਾ ਰਾਜ ਦਾ ਦਰਜਾ ਦਿੱਤਾ ਜਾ ਸਕੇ। ਜਿਹੜੀ ਕੱਲ ਮੀਟਿੰਗ ਹੋਈ ਹੈ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਜੀ ਨਾਲ, ਇਹਨਾਂ ਰਾਜਾਂ ਦੀ ਦੇ ਨੇਤਾਵਾਂ ਦੀ, ਪੋਸੀਬਲ ਇਹ ਜੰਮੂ ਐਂਡ ਕਸ਼ਮੀਰ ਨੂੰ ਜਾਂ ਦੋਵਾਂ ਨੂੰ ਮਿਲਾਇਆ ਜਾਏ, ਇਹ ਅਜੇ ਕਲੀਅਰ ਨਹੀਂ ਹੈ, ਠੀਕ ਹੈ। ਸੋ ਰਾਜ ਦਾ ਦਰਜਾ ਦੁਬਾਰਾ ਮਿਲ ਜਾਏ। ਪਹਿਲੇ ਇਹਨਾਂ ਨੂੰ ਬਣਾ ਦਿੱਤਾ ਸੀਗਾ ਜੰਮੂ ਕਸ਼ਮੀਰ ਤੇ ਲਦਾਖ, ਦੋਵਾਂ ਨੂੰ ਬਣਾ ਦਿੱਤਾ ਸੀ ਕੇਂਦਰੀ ਸ਼ਾਸਿਤ ਪ੍ਰਦੇਸ਼, ਠੀਕ ਹੈ। ਸੋ ਇੱਕ ਸਿੰਪਲ ਗੱਲ ਇਹ ਸੀ। ਦੂਜੀ ਗੱਲ ਇਹ ਸੀਗਾ ਕਿ ਤੁਸੀਂ ਦੇਖ ਸਕਦੇ ਹੋ ਏਰੀਆ ਕਿੰਨਾ ਹੈ, ਜਿਹੜਾ JNK ਦਾ ਏਰੀਆ ਵਾ ਜੰਮੂ ਕਸ਼ਮੀਰ ਦਾ, ਉਹ ਹੈ 42,248 ਕਿਲੋਮੀਟਰ, ਠੀਕ ਹੈ। ਹਾਂਜੀ। ਉਸ ਤੋਂ ਬਾਅਦ ਲਦਾਖ ਦਾ ਜਿਹੜਾ ਏਰੀਆ ਉਹ ਹੈਗਾ 59,146 ਕਿਲੋਮੀਟਰ, 59,146 ਸਕੁਅਰ ਕਿਲੋਮੀਟਰ ਹੁੰਦਾ ਹੈ, ਠੀਕ ਹੈ। ਸਕੁਅਰ ਕਿਲੋਮੀਟਰ, ਨਾਟ ਓਨਲੀ। ਓਕੇ ਜੀ। ਇਹਨਾਂ 'ਚ ਕੋਈ ਵੀ ਲੈਜਿਸਲੇਚਰ ਨਹੀਂ ਹੈ, ਭਾਵ ਵਿਧਾਨ ਪਾਲਿਕਾ ਨਹੀਂ। ਓਕੇ ਥੈਂਕ ਯੂ। ਤੁਸੀਂ ਆਪਣੇ ਮਾਈਕ ਔਨ ਕਰ ਸਕਦੇ ਹੋ। ਜੇਕਰ ਬਿਲਕੁਲ ਆਵਾਜ਼ ਨਹੀਂ ਸੁਣਾਈ ਦਿੱਤੀ ਤੇ ਯੂ ਕੈਨ ਸੇ ਮੀ। Okay, sir. Students, you can open your mic. Yes. Good evening, sir. Rishu. हाँ जी सर। Hello. 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 Hello, sir. Hello. मेरी आवाज सुनाई दे रही है? हाँ जी। Yes, sir. Yes. हाँ जी sir. Number 30. And Argu became then what?
हेलो सर। हेलो सर। हेलो सर। सर स्क्रीन हेलो स्क्रीन हाँ जी शो बोलो हो बोलो। रही सर। स्क्रीन शो हो रही। हेलो हेलो सर सर। यस सर सर दिख रही है सर। सर होगी सर नहीं। हाँ जी हाँ जी। सर स्क्रीन नहीं शो हो रही। सर स्क्रीन शो नहीं सर हो रही। सर है भी क्लास में। Sir is not in class. I the coach. Hello. 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 हेलो हेलो सर। सर आगे नहीं सर। हेलो सर। हेलो सर। हेलो हेलो सर। हो रही है नो सर। नहीं नो सर। सर। स्क्रीन शो हो तो नो सर। नहीं सर। नो सर। नो सर। हेलो स्क्रीन यस सर। सर नहीं स्क्रीन सर होगी। सर होगी होगी सर होगी हो सर। गया होगी होगी सर जी। होगी सर होगी। डिले सर ਹੁੰਦੀ मेरा है ना आंसर एकदम नहीं ਹੁੰਦੀ सर सेकंड ऑप्शन है आंसर। ਤੁਹਾਡਾ answer है जी बी ऑप्शन। सर सेकंड सेकंड ऑप्शन। ऑप्शन सर बी ऑप्शन। सर बी गीता देवी ऑप्शन का सर। बी गुड ऑप्शन। गुड गुड ਬਿਲਕੁਲ ਗੀਤਾ ਬਿਲकुल ਠੀਕ ਹੈ ਉਹਦੇ ਵਿੱਚ ਹੈਗਾ ਸੀਗਾ ਵੈਸੇ ਤੇ ਟਿਕ ਵੀ ਲੱਗੀ ਹੋਈ ਸੀ ਪਰ ਤੁਸੀਂ ਕਹਿੰਦੇ ਦੈਟਸ सर ਸੋ एक्सप्लेन ਇਹਦਾ करता। ਬੀ ਆਨਸਰ ਹੀ ਸੀਗਾ सर ਹਾਂਜੀ एक्सप्लेन करिए। सर एक्सप्लेन करिए। कर दो करो एक्सप्लेन करो सर सर स्क्रीन गई चली। हेलो हेलो सर। हाँ जी हाँ जी बोलो बोलो सर सर स्क्रीन। स्क्रीन सर स्क्रीन नहीं शो हो रही। स्क्रीन भी शो नहीं हेलो सर। हो गई हाँ जी। नो नो सर। सर। नहीं आई स्क्रीन नो नो सर। सर। नो सर। नहीं। देखो एक अद्धा मैं हुणे जी की दोबारा शेयर सर ब्लैक ब्लैक दिख रहा है सारे स्क्रीन पे। सर नहीं शो हो रही। हुण देखो सर होगी नो सर। सर होगी। नो सर मैनू भी नहीं हो रही। कौन एक्सप्लेन सर ਹੁਣ होगी। कौन एक्सप्लेन करने लगा होगी सर। सर मैं बोला। सर होगी सर।
हो सर गई नहीं लीव हो गए सर। हेलो लीव हेलो लीव सर हेलो वेट करो। वेट करो, वेट करो। यस सर सर होगी। ਬਈ ਮੈਂ ਆਪਣੀ ਪੋਜੀਸ਼ਨ ਚੇਂਜ ਕਰ ਲਈ ਹੈ। ਮੈਂ ਜਿੱਥੇ ਪਹਿਲੇ ਬੈਠਾ ਸੀ ਉਹ ਜਗ੍ਹਾ ਚੇਂਜ ਕਰ ਦਿੱਤੀ ਹੈ। ओके हो सर गई सर। ਓਕੇ, होगी ਹੁਣ सर क्लियर नाउ है? फाइन। यस हाँ सर जी चलो सर। ठीक है। यस वो सर जिथे मैं क्लास यस लगाना उथे आ गया, पहले नीचे नहीं थी ना, मैं नीचे सी। ओके, सर बस एक्सप्लेन करा। ਹੁਣ ਜੀ ਕਿਦਾਂ ਕੌਣ ਐਕਸਪਲੇਨ ਕਰੇਗਾ? सर मैं करा। मैं करा सर मैं ਕਰੋ ਜੀ, ਕਰੋ। ਚਲੋ ਕੋਈ ਹੁਣ ਮੈਨੂੰ ਪਤਾ ਨਹੀਂ ਕੌਣ ਕਰੇਗਾ, ਕਰ ਦੋ ਇੱਕ ਜਣਾ, ਕੋਈ ਗੱਲ ਨਹੀਂ। सर जी उन्होंने माइंड का कोड दिते दा ਹਾਂ सर माइंड का कोड ਬੋਲੋ दिते दा ਬੋਲੋ ਰਿਸ਼ੀ ਕਰੋ। KGLB ਤੇ ਐਂਡ ਹੂੰ ਆਰਗਿਊ ਦਾ ਕੋਡ ਦਿੱਤਾ ਦਾ YPESC। ਉਹਨਾਂ ਨੇ ਕਿਹਾ ਵੀ ਡਾਇਗਰਾਮ ਦਾ ਕੋਡ ਕੀ ਹੋਏਗਾ। ਸਰ ਇਦਾਂ ਹੀ M ਦਾ ਕੋਡ ਹੋ ਗਿਆ A ਤੇ I ਦਾ ਹੋ ਗਿਆ G ਤੇ L ਦਾ ਹੋ ਗਿਆ N ਤੇ D ਦਾ ਹੋ ਗਿਆ B ਤੇ ਇਥੋਂ ਹੀ ਅਸੀਂ D ਦਾ ਕੱਢ ਲੈਣਾ। D ਦਾ ਹੈ ਨਾ B ਹੂੰ ਤੇ I ਦਾ ਹੋ ਜਾਣਾ G ਤੇ A ਦਾ ਹੋਏ ਨਾ ਬਾਏ ਤੇ G ਦਾ ਹੋਏ ਨਾ E। ਫਿਰ ਅੱਗੇ ਸਰ ਜੀ YPESC ਚ ਆਏ ਨਾ ਦੂਸਰੇ ਕੋਡ ਚ ਚੈੱਕ ਕਰਨਾ। ਗੁੱਡ ਗੁੱਡ ਸਰ ਗੁੱਡ। ਉਹਦੇ ਵਿੱਚ G ਬਸ ਠੀਕ ਹੈ, ਗੱਲ G ਮੁੱਕੀ। ਦਾ ਹੋਏ सर 1 स्टेप ਹਾਂਜੀ ਹਾਂਜੀ पीछे जाना है जा। ਸਰ ਇਹਦੇ ਵਿੱਚ ਪਿੱਛੇ ਨਹੀਂ, ਇਹਦੇ ਵਿੱਚ ਦੋਨਾਂ ਚੋਂ ਲੱਭ ਜਾਣਾ ਆਨਸਰ ਬਸ। हाँ ਹਾਂ जी सर। ਹਾਂ, ਦੋਵੇਂ तो पीछे चलना ਰੀਜ਼निंग ਦੀ चाहिए। ਸਭ ਤੋਂ ਅੱਛੀ ਗੱਲ ਇਹ ਹੈ ਵੀ ਤੁਸੀਂ ਡਿਫਰੈਂਟ ਐਂਗਲ ਲਗਾਓ। ਜਿਵੇਂ ਰਿਸ਼ੂ ਨੇ ਇੱਕ ਐਂਗਲ ਲਗਾਇਆ, ਇੱਕ ਐਂਗਲ ਸ਼ਾਇਦ ਬਹਾਰ ਲਗਾ ਰਹੀ ਹੈ, ਬਈ ਇੱਕ ਇੱਕ ਸਟੈਪ ਅੱਗੇ ਜਾ ਰਿਹਾ। ਐਮ ਕੇ ਤੋਂ ਬਾਅਦ IJKLM ਹੈ ਨਾ। नो ਉਹ सर पीछे ਤਾਂ ਸਰ ਪਰ ਪਰ जाना है। ਇਦਾਂ ਸਿੱਧਾ ਨਿਕਲ ਚਲੋ ਜਾਂਦਾ ਸਾਹਮਣੇ। ਸਿੰਪਲ ਵੀ ਹੈਗਾ ਸੀਗਾ ਵੀ सर कोई ਸਿੱਧਾ ਵੀ होर ਨਿਕਲ ਰਿਹਾ दस ਸੀ। दे। ਫਿਰ ਹਾਂ, ਫਿਰ ਤੁਸੀਂ ਦੂਜੇ ਢੰਗ ਨਾਲ ਵੀ ਬਣਾ ਸਕਦੇ ਹੋ, ਹੈ ਨਾ। ਓਕੇ, ਸਰ ਕਿਉਂਕਿ ਅੱਛੀ ਗੱਲ ਹੈ, ਕਰਾ ਬਹੁਤ ਰਹੇ ਵਧੀਆ। ਅਗਲਾ ਦੇਖੋ ਨੀਚੇ ਵਾਲਾ। ਇਹ ਕੱਢੋ। ਇਸ ਸੇਮ ਕੁਐਸਚਨ ਤੇ ਨਹੀਂ। ਓਕੇ, ਕੁਐਸਚਨ ਨੰਬਰ 37 ਤੁਹਾਨੂੰ ਦਿਖਾਈ ਦੇ ਰਿਹਾ? यस सर यस सर। ਹਾਂਜੀ ਓਕੇ, यस ਕੁਐਸਚਨ सर। ਨੰਬਰ 7 ਕਰਨਾ। 37 ਡੂ ਇਟ ਨਾਓ। सर फर्स्ट आएगा। ਓਕੇ, ਹੋਰ ਕੋਈ? सर बोथ 1 and 2। ਓਕੇ, ਯਾਨੀ ਕਿ ਤੁਹਾਡਾ ਸੀ ਆਨਸਰ ਹੈ। सर डी। ਨਹੀਂ, यस सर ਡੀ मेरा ਡੀ भी ਡੀ सी। ਡੀ ਡੀ ओ सर ਨਹੀਂ ਨਹੀਂ, ਉਹ ਸੀ ਤੇ ਕੀ मेरा ਵੀ भी डी डी सर। डी। सर ਓਕੇ बहुत वन ਓਕੇ, एंड सेकंड को। ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ। ਓਕੇ,
हेलो सर। सर डी आंसर यस, है मेरा भी। हाँ जी, हाँ जी, बोलो जी। सर स्क्रीन नहीं दिखाई दे रही। सर हो रही है शो। ना सर इधर नहीं दिखाई दे रही। एक बारी कट के बेटा बाहर फिर मिलाओ, फिर जोड़ो। कई बार इधर नहीं मिलती, फिर कट के लवाइए, फिर मिलती है। देखो देखो देखो, कोशिश करके जल्दी। सर स्क्रीन नहीं शो। नहीं शो हो रही सारे नु। हो रही है सर। ना हो रही है सर, हो रही है। हो रही है सर। बेटा मैं ਤੁਹਾਨੂੰ ਪਹਿਲਾਂ ਵੀ ਦੱਸਿਆ, ਜਦੋਂ ਇੱਕ ਸਕਰੀਨ ਸ਼ੋ ਹੋ ਰਹੀ ਹੈ ਇਹਦਾ ਅਰਥ ਇਹ ਹੈ ਵੀ ਬਾਕੀ ਜਿਹਨੂੰ ਨਹੀਂ ਹੋ ਰਹੀ ਉਹਨੂੰ ਦੁਬਾਰਾ ਬੈਕ ਆ ਕੇ ਫਿਰ ਐਂਟਰ ਕਰਨੇ ਪੈਣਾ। ओनली वन खोलो, मैक बंद है। ਦੇਖੋ ਕਈ ਬੱਚਿਆਂ ਨੇ ਆਨਸਰ ਡੀ ਦੱਸਿਆ ਵਾ, ਕੁਝ ਨੇ ਸੀ ਦੱਸਿਆ, ਜਾਂ ਹੋਰ ਕੋਈ ਦੱਸਣਾ ਚਾਹੁੰਦਾ ਵਾ? ਜਲਦੀ ਜਲਦੀ ਦੱਸ ਦਿਓ, ਟਾਈਮ ਹੋ ਗਿਆ ਜ਼ਿਆਦਾ ਇਸੇ ਕੁਐਸਚਨ ਨੂੰ। ਹਾਂਜੀ, ਜੋ ਵੀ ਦੱਸਣਾ ਚਾਹੁੰਦਾ ਦੱਸੋ ਜਲਦੀ। ਸ਼ਾਬਾਸ਼। ओके, लेट मी एक्सप्लेन। सुनो, क्वेश्चन नंबर 37 ने स्टेटमेंट देखो, पहला आप दो चीजें देखनी होंगी। पहला स्टेटमेंट, ठीक है। सो स्टेटमेंट ये कहती है फॉर्चून फेवर्स द ब्रेव। ਇਹਦੀ ਪੰਜਾਬੀ ਆ ਕਿਸਮਤ ਬਹਾਦਰ ਦਾ ਸਾਥ ਦਿੰਦੀ ਹੈ, ਠੀਕ ਹੈ। ਇਹਦਾ ਉਹਨੇ ਕਿਹਾ ਵੀ ਕੀ ਇਹਦਾ ਨਤੀਜਾ ਇਹ ਕੱਢਿਆ ਜਾ ਸਕਦਾ? ਕੋਵਾਰਡਸ ਡਾਈ ਮੈਨੀ ਡੈਥਸ ਬਿਫੋਰ देयर ਰੀਅਲ ਡੈਥ। ਪਹਿਲਾ ਨਤੀਜਾ ਇਹ ਕੱਢਿਆ ਕਿ ਜਿਹੜੇ ਡਰਾਕਲ ਨੇ ਮਰਨ ਤੋਂ ਪਹਿਲਾਂ 100 ਵਾਰ ਮਰਦੇ ਆ। ਦੂਜਾ ਰਿਜ਼ਲਟ ਇਹ ਹੈ ਬਈ ਫॉर ਐਨੀ ਸਕਸੈਸ ਰਿਸਕ ਆਰ ਨੈਸੈਸਰੀ। ਕੋਈ ਵੀ ਸਫਲਤਾ ਪ੍ਰਾਪਤ ਕਰਨ ਲਈ ਰਿਸਕ ਲੈਣਾ ਜ਼ਰੂਰੀ ਹੈ। ਹੁਣ ਦੱਸੋ ਸਟੇਟਮੈਂਟ ਨੂੰ ਫਾਲੋ ਕਿਹੜੀਆਂ ਦੋਵਾਂ ਚੋਂ ਕਿਹੜੀ ਗੱਲ ਕਰਦੀ? ਜਾਂ ਦੋਵੇਂ ਕਰਦੀਆਂ, ਜਾਂ ਇੱਕ ਕਰਦੀ ਹੈ, ਜਾਂ ਦੂਜੀ ਕਰਦੀ ਹੈ, ਜਾਂ ਕੋਈ ਵੀ ਨਹੀਂ ਕਰਦੀ, ਜਾਂ ਦੋਵੇਂ ਕਰਦੀਆਂ? ਦੱਸੋ ਹੁਣ। सर ओनली टू फॉलोज। सर बी ऑप्शन। ਐਬਸੋਲੂਟਲੀ ਰਾਈਟ, ਬੀ ਇਜ਼ ਦਾ ਆਨਸਰ। ਇਹਦਾ ਬੀ ਆਨਸਰ ਹੈ। ਸਿਰਫ ਦੂਜੀ ਸਟੇਟਮੈਂਟ ਹੈ ਜਿਹੜੀ ਇਹ ਫਾਲੋ ਕਰਦੀ ਹੈ ਸਟੇਟਮੈਂਟ ਨੂੰ। ਇਹ ਬਹੁਤ ਇੰਪੋਰਟੈਂਟ ਐਕਸਰਸਾਈਜ਼ ਹੈ, ਇਹ ਯਾਦ ਰੱਖਿਓ। ਇਹਦੇ ਨਾਲ ਦੀ ਐਕਸਰਸਾਈਜ਼ ਬੈਂਕ ਕਲੈਰੀਕਲ ਤੇ ਬੈਂਕ ਪ੍ਰੋਬੇਸ਼ਨਰੀ ਆਫੀਸਰ ਚ ਆਉਂਦੀ ਹੈ, ਨਾਲ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਵਿੱਚ ਵੀ ਆਉਂਦੀ ਹੈ, ਠੀਕ ਹੈ। ਜਦੋਂ ਤੁਸੀਂ ਇਹ ਪ੍ਰੀਪੇਅਰ ਕਰ ਰਹੇ ਹੋ, ਇਹ ਮਤ ਸੋਚਿਓ ਵੀ ਇਹ ਸਿਰਫ ਐਵੇਂ ਹੀ ਹੈ। ਦਿਸ ਇਜ਼ ਨਾਟ ਐਵੇਂ ਹੀ। ਮਚ ਇੰਪੋਰਟੈਂਟ ਐਕਸਰਸਾਈਜ਼ਸ ਆਰ देयर, ਠੀਕ ਹੈ। ਤੇ ਇਹ ਐਕਸਰਸਾਈਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਹੈਲਪਫੁਲ ਹੋਣਗੀਆਂ ਕਦੇ ਵੀ ਤੁਸੀਂ ਕੰਪੀਟੀਸ਼ਨ ਐਗਜ਼ਾਮ ਦੇਣਾ ਤੇ। ਓਕੇ, तो ਜਦੋਂ ਆਪਾਂ ਥੋੜਾ ਜਿਹਾ, ਹਰ ਬੱਚਾ ਇਹ ਨਾ ਸੋਚੇ ਵੀ ਚਲੋ ਬਹਾਰ ਨੇ, ਦੂਜੇ ਨੇ, ਤੀਜੇ ਨੇ ਆਨਸਰ ਦੇਤਾ ਤੇ ਮੈਂ ਆਪਣਾ ਦਿਮਾਗ ਨਾ ਲਾਵਾਂ। ਹਰ ਇੱਕ ਬੱਚੇ ਨੇ ਆਪਣਾ ਦਿਮਾਗ ਲਾਣਾ। ਓਕੇ, ਟੂ ਡੂ ਯੋਰ ਬੈਸਟ। ਲੈਟ ਅਸ ਗੋ ਫਾਰਵਰਡ। ओके सर। 38 38वां सर मेरा निकल गया आंसर, तो ही पहले में निशानी लाई दिया। सर मेरा भी निकल गया। सर मैनू आता समझा नहीं। ਸਮਝਾਣੇ ਆਉਂਦਾ ਵਾ, ਚੱਲ ਤੁਹਾਡੇ ਕੋਲ ਸਮਝ ਲੈਣੇ। ਇਹ ਐਕਚੁਅਲੀ ਮੈਂ ਨਿਸ਼ਾਨੀ ਲਾਈ ਦੀ, ਇਹ ਕਈ ਵਾਰ ਬੇਟਾ ਕਰਦਾ ਤੇ ਉਹ ਨਿਸ਼ਾਨੀ ਲਾਉਂਦਾ, ਹਾਲਾਂਕਿ ਉਹਨੂੰ ਕਹਿਣਾ ਹੋਣਾ ਸੀ ਵੀ ਨਿਸ਼ਾਨੀ ਨਾ ਲਾਇਆ ਕਰ, ਤੇ ਜਦੋਂ ਵੀ ਕਰਦਾ ਸੀ सर ਨਿਸ਼ਾਨੀ ठीक ਲਾ है ਦਿੰਦਾ आंसर। सर सर आंसर ठीक है। ਆਨਸਰ ਠੀਕ ਹੈ। ਤੇ ਇੱਕ ਦੱਸੀ ਜਰਾ ਅਰੀਸ਼ ਕਿਦਾਂ ਕਰ ਰਿਹਾ। सर उन्होंने गलेर का कोड दिते दा 6810 ते मॉनसून का कोड दिते दा 2395 339 ਤੇ ਉਹਨਾਂ ਨੇ ਕਿਹਾ ਰੈਂਜ਼ੋਮ ਦਾ ਕੋਡ ਕੀ ਹੋਏਗਾ? ਸਰ ਇਦਾਂ ਹੀ ਅਸੀਂ ਗਲੇਰ ਦਾ ਲੈਣਾ। ਗਲੇਰ ਦਾ ਰੈਂਜ਼ੋਮ ਚ ਜੀ ਵਰਡ ਨਹੀਂ ਹੈ, ਇਸੇ ਤਰ੍ਹਾਂ ਗਲੇਰ ਵਿੱਚ ਏ ਵਰਡ, ਇਹਦਾ ਕੋਡ ਹੈ 1। ਤੇ ਅੱਗੇ
ਅੱਗੇ ਏ ਹੈ ਰੈਂਡਮ ਚ ਏ ਦਾ ਕੋਡ ਹੈ 8 ਤੇ ਅੱਗੇ ਅਸੀਂ ਠੀਕ ਹੈ ਦੂਸਰੇ ਚ ਆਏ ਨਾ ਅਸੀਂ ਐਨ ਦਾ ਕੋਡ ਦੇਖ ਲੈਣਾ ਉਹਦੇ ਵਿੱਚ ਐਨ ਦਾ ਕੋਡ ਹੈ 9 ਤੇ ਫਿਰ ਅੱਗੇ ਫਿਰ ਮੌਨਸੂਨ ਚ ਐਸ ਦਾ ਕੋਡ ਹੈ 5 ਫਿਰ ਅੱਗੇ ਡਬਲ ਓ ਹੈ ਮੌਨਸੂਨ ਚ ਉਹਦੇ ਵਿੱਚ ਓ ਦਾ ਕੋਡ ਗੁੱਡ 3 ਗੁੱਡ ਹੈ ਅੱਛਾ ਹੋ ਗਿਆ ਐਮ ਦਾ ਕੋਡ 2 ਸਾਰੇ ਸੇਮ ਓਕੇ ਜੀ 36 ਡੀ ਆਂਸਰ ਹੈ ਤੇ ਕੁਐਸਚਨ ਵਰਗਾ ਹੀ ਹਾਂਜੀ 38 ਹੈ 38। ਬੇਟਾ ਸਰ ਜਿੱਦਾਂ ਫਸਟ ਹੀ ਉਦਾਂ ਬਿਲਕੁਲ ਹੀ ਬਿਲਕੁਲ ਬੇਟਾ ਹਾਂਜੀ ਜਦੋਂ ਕੱਲ ਨੂੰ ਤੁਸੀਂ ਕਿਤੇ ਕੰਪੀਟੀਸ਼ਨ ਐਗਜ਼ਾਮ ਦਿੱਤਾ ਨਾ ਤੇ ਤੁਸੀਂ ਖੁਸ਼ ਤੇ ਹੈਰਾਨ ਹੋ ਜਾਣਾ ਜਿਵੇਂ ਤੁਸੀਂ ਕਹਿਣਾ ਵੀ ਇਸ ਪੈਟਰਨ ਦੇ ਪ੍ਰਸ਼ਨ ਅਸੀਂ ਕੀਤੇ ਹੋਏ ਆ ਹਾਲਾਂਕਿ ਅਲੱਗ-ਅਲੱਗ ਹਾਂਜੀ ਇਹ ਕੋਈ ਰੇਲਵੇ ਦਾ ਟੈਸਟ ਹੈ ਕੋਈ ਸਟੈਟਿਸਟੀਕਲ ਆਫੀਸਰ ਦਾ ਟੈਸਟ ਹੈ ਕੋਈ ਕਿਸੇ ਤਰ੍ਹਾਂ ਦਾ ਅਲੱਗ-ਅਲੱਗ ਟੈਸਟ ਨੇ ਠੀਕ ਹੈ ਤੇ ਤੁਸੀਂ ਇਹ ਸਮਝ ਲਓ ਵੀ ਤੁਸੀਂ ਅਲੱਗ-ਅਲੱਗ ਡਿਪਾਰਟਮੈਂਟ ਦੇ ਟੈਸਟ ਦੇ ਰਹੇ ਹੋ ਪਲੱਸ 2 ਪਾਸ ਕਰਨ ਤੋਂ ਬਾਅਦ ਜਦੋਂ ਤੁਸੀਂ 18 ਸਾਲ ਦੇ ਹੋ ਜਾਣਾ ਨਾ ਇੰਨੀ ਗੱਲ ਹਾਂਜੀ ਯਾਦ ਰੱਖਣੀ ਹੈ ਤੁਸੀਂ ਜਿੱਥੇ ਵੀ ਕਿਤੇ ਪਲੱਸ 2 ਦੇ ਟੈਸਟ ਵਾਲੀ ਨੌਕਰੀ ਹੋਈ ਤੁਸੀਂ ਅਪਲਾਈ ਕਰ ਦੇਣਾ ਸਿਰਫ ਓਕੇ ਟੈਸਟ ਦੇਣ ਲਈ ਤਾਂ ਕਿ ਤੁਹਾਨੂੰ ਆਪਣੀ ਕੁਆਲੀਫਿਕੇਸ਼ਨ ਦਾ ਪਤਾ ਲੱਗ ਸਕੇ ਵੀ ਪਤਾ ਲੱਗ ਵਾਟ ਯੂ ਕੈਨ ਡੂ ਓਕੇ ਹਾਂਜੀ ਟੈਸਟ ਦੇ ਦੇਣਾ ਮੈਂ ਜੋਬ ਵਾਸਤੇ ਟੈਸਟ ਦੇ ਦੇਣਾ ਲੱਗਣਾ ਭਾਈ ਇੰਨੇ ਕਿਹਨਾਂ ਬਾਅਦ ਦੀ ਗੱਲ ਆ ਤੁਸੀਂ ਆਈਐਸ ਅਫਸਰ ਲੱਗਣਾ ਵਾ ਕਲੈਰੀਕਲ ਜੌਬ 'ਚ ਤੁਸੀਂ ਕੀ ਲੈਣਾ ਪਰ ਸਿਰਫ ਟੈਸਟ ਦੇਣ ਲਈ ਯੂ ਅਪਲਾਈ ਫॉर ਦਾ ਪੋਸਟ ਐਂਡ ਗਿਵ ਦਾ ਟੈਸਟ ਓਕੇ ਸਰ ਨਾਲ ਨੂੰ ਪਤਾ ਲੱਗ ਜਾਂਦਾ ਟੈਸਟ ਦਾ ਹਾਂ ਚਲੋ ਜੀ 39 ਦੇਖੋ ਕੀ ਹੈ ਆਨਸਰ ਤੇ ਐਕਸ ਲਿਖਿਆ ਹੋਇਆ ਕਿਦਾਂ ਐਕਸ ਆਇਆ ਦੱਸਣਾ ਜਰਾ ਸਰ ਮੈਂ ਦੱਸਾਂ ਹਾਂ ਦੱਸੋ ਸਰ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਏ ਪੀ ਆਰ ਐਕਸ ਐਸ ਤੇ ਜ਼ੈਡ ਨੇ ਉਹ ਇੱਕ ਰੋ ਦੇ ਵਿੱਚ ਬੈਠੇ ਨੇ ਤੇ ਐਸ ਤੇ ਜ਼ੈਡ ਨੇ ਉਹ ਨਾ ਸੈਂਟਰ ਦੇ ਵਿੱਚ ਨੇ ਤਾਂ ਉਹਨਾਂ ਨੂੰ ਆਪਾਂ ਨੇ ਸੈਂਟਰ ਦੇ ਵਿੱਚ ਰੱਖ ਲਿਆ ਤੇ ਕਹਿੰਦੇ ਜਿਹੜਾ ਏ ਤੇ ਪੀ ਨੇ ਉਹ ਐਂਡਸ ਨੇ ਮਤਲਬ ਦੋਨੋਂ ਐਂਡਸ ਨੇ ਇਹ ਤਾਂ ਇੱਕ ਏ ਹੋਊਗਾ ਉਹ ਜਿਹੜਾ ਫਰਸਟ ਲੈਟਰ ਹੋਊਗਾ ਪੀ ਹੋਊਗਾ ਲਾਸਟ ਲੈਟਰ ਹੋਊਗਾ ਤੇ ਉਹ ਅੱਗੇ ਕਹਿੰਦੇ ਵੀ R is sitting on the left of A ਕਹਿੰਦੇ ਜਿਹੜਾ R ਹੈ ਉਹ A ਦੇ ਲੈਫਟ ਸਾਈਡ ਤੇ ਹੋਊਗਾ ਤਾਂ A ਤੋਂ ਪਹਿਲੇ R ਨਹੀਂ ਗਲਤ ਹੋ ਗਿਆ ਸਰ ਸੌਰੀ ਕੋਈ ਗੱਲ ਨਹੀਂ ਕੁਝ ਨਹੀਂ ਕੋਈ ਇਸ਼ੂ ਨਹੀਂ ਹੈ ਸਭ ਤੋਂ ਪਹਿਲੀ ਗੱਲ ਦੇਖੋ ਤੁਸੀਂ ਆਪਾਂ 6 ਵਰਡ ਨੇ 6 ਵਰਡ ਲਿਖ ਲੈਣੇ S Z R in the center ਸਭ ਤੋਂ ਪਹਿਲੇ ਆਪਾਂ ਲਿਖ ਲੈਣਾ ਹੈ S and Z ਹਾਂ ਬੋਲੋ ਬੇਟਾ ਹਾਂਜੀ ਸਰ ਐਸ ਤੇ ਜੈਡ ਸੈਂਟਰ ਚ ਲੈ ਲੈ ਐਸ ਤੋਂ ਪਹਿਲੇ ਏ ਲਿਖ ਦੋ ਅੱਛਾ S ਤੋਂ ਇਧਰਲੇ ਪਾਸੇ A ਲਿਖਤਾ ਠੀਕ ਹੈ ਹਾਂਜੀ ਸਰ ਇਧਰਲੇ ਉਸ ਪਾਸੇ ਤੋਂ ਦੂਜੇ ਬਾਅਦ ਪਾਸੇ Z ਕੀ ਲਿਖਦੀ ਹੈ ਫਿਰ ਹਾਂਜੀ ਦੂਜੇ ਸਰ ਪਾਸੇ ਫਿਰ P ਲਿਖਣਾ ਪੈਣਾ ਨਾ ਸਰ ਪੀ ਹੈਨਾ ਹਾਂਜੀ ਕਿਉਂਕਿ ਸਰ ਉਹਨੇ ਕਿਹਾ ਵੀ S ਤੇ Z ਸੈਂਟਰ ਚ ਨੇ ਤੇ A ਤੇ P ਐਂਡ ਚ ਨੇ ਹੈਨਾ ਹਾਂਜੀ ਸਰ ਓਕੇ ਹੁਣ ਐਂਡ ਚਲੋ ਏ ਦੀ ਲੈਫਟ ਸਾਈਡ ਆਰ ਲਿਖ ਦੋ ਸੋ ਬੇਟਾ ਜਦੋਂ ਸਿੰਪਲ A ਫਿਰ ਦੀ ਪੀ ਲੈਫਟ ਸਾਈਡ R ਲਿਖਾਂਗੇ ਉਹ A ਦੀ ਇਹ ਦੇਖੋ ਇੱਧਰ ਮੈਂ ਲਿਖਦਾ ਨਾ R A ਦੀ ਰਾਈਟ ਸਰ ਬਣਦੀ ਹੈ ਹੋ ਗਿਆ ਸੋਲਵ ਮੇਰੇ ਤੋਂ ਇਟ ਮੀਨਸ ਇਹਨੂੰ ਉਲਟਾ ਕਰਨਾ ਹੈ ਸਰ ਹੋ ਗਿਆ ਹੁਣ ਹਾਂਜੀ ਦੱਸਾਂ ਸਰ ਇਹਦਾ ਏ ਤੋਂ ਪਹਿਲੇ ਇਹਦਾ ਲਿਖਣਾ ਸਰ ਕੀ ਹੈ ਉਹਨਾਂ ਨੇ ਕਿਹਾ ਵੀ ਜਿਹੜੇ A ਤੇ P ਹੈ ਉਹ ਐਂਡਸ ਹੋਣੇ ਚਾਹੀਦੇ ਨੇ ਮੇਰੇ ਤੋਂ ਇਹ ਗਲਤੀ ਹੋ ਗਈ ਸੀ ਆਪਾਂ A ਹੈ ਜਿਹੜਾ ਉਹ ਇਧਰਲੀ ਸਾਈਡ ਲਿਖਾਂਗੇ ਤਾਂ P ਹੈ ਜਿਹੜਾ ਉਹ ਫਸਟ ਸਾਈਡ ਲਿਖਾਂਗੇ ਫਿਰ ਇਹ ਸੋਲਵ ਹੋ ਜਾਊਗਾ ਜਦੋਂ ਦੇਖੋ A ਦੇ ਲੈਫਟ ਦੇ ਵਿੱਚ ਕੀ ਹੁਣ ਲਿਖਣਾ ਆਪਾਂ ਪੜਾ A ਦੇ ਲੈਫਟ ਆਰ R ਸਰ ਇੱਥੇ R ਆ ਗਿਆ ਠੀਕ ਹੈ ਤੇ ਨੈਚੁਰਲੀ ਇੱਥੇ X ਆ ਜਾਏਗਾ ਹੈਨਾ ਹਾਂਜੀ ਸਰ ਹਾਂਜੀ ਇੱਧਰ X ਆ ਜਾਏਗਾ ਸਾਰੇ ਵਰਡ ਪੂਰੇ ਹੋ ਗਏ ਠੀਕ ਹੈ ਦੈਨ ਹੂ ਇਜ਼ ਹਾਂਜੀ ਸਿਟਿੰਗ ਸਰ ਔਨ ਦਾ ਰਾਈਟ ਆਫ P P ਦੇ ਰਾਈਟ ਚ ਕਿਹੜਾ ਹੈ ਸਰ ਇਹ ਦੇਖੋ ਇਹ P ਹੈ ਐਕਸ ਤੇ ਇਹਦੇ ਰਾਈਟ ਚ ਕੀ ਆ ਗਿਆ X ਆ ਗਿਆ ਤੁਹਾਨੂੰ ਕਲੀਅਰ ਹੋ ਗਿਆ ਸਾਰਿਆਂ ਨੂੰ ਆਪਾਂ ਨੇ ਕੁਐਸਚਨ ਯੈਸ ਸਰ ਪ੍ਰਸ਼ਨ ਨੂੰ ਬਿਲਕੁਲ ਵਧੀਆ ਢੰਗ ਨਾਲ ਮੈਂ ਤਾਂ ਹੀ ਪਹਿਲਾਂ ਕਿਹਾ ਪੈਨ ਤੇ ਨੋਟਬੁੱਕ ਲੈ ਕੇ ਰੱਖਣੀ ਹੈ ਹਰ ਇੱਕ ਨੇ ਆਪਣਾ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਜੇਕਰ ਯੈਸ ਸਰ ਤੁਹਾਡੇ ਤੋਂ ਪਹਿਲਾਂ ਉੱਥੇ ਐਕਸਪਲੇਨ ਹੋਣ ਲੱਗ ਪਿਆ ਤੇ ਫਿਰ ਆਪਾਂ ਉਹਨੂੰ ਸਮਝਣਾ ਵਾ ਕੋਈ ਜ਼ਰੂਰੀ ਨਹੀਂ ਵੀ ਮੈਂ ਉਹੀ ਐਕਸਪਲੇਨ ਕਰਾਂ ਤੇ ਤਾਂ ਵਧੀਆ ਵਾ ਦੂਜੇ ਕੋਲ ਵੀ ਸਮਝ ਸਕਦੇ ਆਪਾਂ ਜੇ ਉਸ ਤੋਂ ਪਹਿਲਾਂ ਕਰ ਸਕੇ ਤੇ ਉਹ ਤੁਹਾਡੀ ਇੰਟੈਲੀਜੈਂਸ ਹੈ ਠੀਕ ਹੈ ਹਾਊ ਕੁਇਕਲੀ ਯੂ ਕੈਨ Okay, let us do the next question, that is question number 40. Question number 40 ਜਿਹੜਾ ਵਾ ਉਹ ਐਕਸਪਲੇਨ ਨਹੀਂ ਹੈਗਾ
ਅੱਧਾ ਦੂਜੇ ਪਾਸੇ ਹੈ। ਉਹ ਮੈਂ ਪਹਿਲਾਂ ਸਟੇਟਮੈਂਟ ਪੜ੍ਹ ਲਓ। ਪੜ੍ਹੋ ਸਟੇਟਮੈਂਟ ਕੀ ਹੈ। A. A. E is the sister of B. A is the father of C. B is the son of C. How is A related to E? ਤੁਸੀਂ ਕੀ ਕਹਤਾ ਜੀ? ਆਨਸਰ ਤੁਹਾਡਾ ਗ੍ਰੈਂਡਫਾਦਰ ਹੈ। Yes, sir. Okay, who are you? Sir, answer is A, grandfather. Answer is grandfather. यस सर ठीक है। ग्रैंडफादर आएगा। Yes, sir. Grandfather आएगा। ਗੁੱਡ, ਇਹਦਾ ਮਤਲਬ ਵੀ ਤੁਹਾਡਾ ਸਾਰਿਆਂ ਦਾ ਸਹੀ ਨਿਕਲਿਆ। ਕੋਈ ਐਕਸਪਲੇਨ ਵੀ ਕਰ ਸਕਦਾ ਇਹਨੂੰ? Yes, sir. ਓਕੇ, ਕਰੋ ਵਨ ਆਫ। ਹਾਂਜੀ ਬੋਲੋ। ਸਰ ਉਹ ਕਹਿੰਦੇ E E sister of B, ਮਤਲਬ Okay. E ਜਿਹੜਾ ਉਹ B ਦੀ ਸਿਸਟਰ ਹੈ ਤੇ ਜਿਹੜਾ A is the father of C ਤੇ ਜਿਹੜਾ C ਹੈ, ਜਿਹੜਾ A ਹੈ ਉਹ C ਦਾ ਫਾਦਰ ਹੈ ਤੇ ਜਿਹੜੇ E ਔਰ B ਹੈ ਫਿਰ ਉਹ C ਦੇ ਸਨ ਹੈ ਤੇ ਇਸ ਕਰਕੇ ਫਿਰ ਉਹ ਇਸ ਮੁਤਾਬਕ ਤਾਂ A ਉਹਨਾਂ ਦਾ ਜਿਹੜਾ ਹੈ ਗ੍ਰੈਂਡਫਾਦਰ ਲੱਗੇਗਾ ਕਿਉਂਕਿ E ਦਾ ਫਾਦਰ A ਹੋ ਗਿਆ। ਇਸ ਕਰਕੇ ਜਿਹੜਾ B ਜਾਂ E ਰਿਲੇਟਿਡ ਹੋਣਗੇ ਉਹ ਗ੍ਰੈਂਡਫਾਦਰ ਹੀ ਹੋਣਗੇ। ਉਹਨਾਂ 'ਚ ਰਿਲੇਸ਼ਨ ਗ੍ਰੈਂਡਫਾਦਰ ਹੋਏਗਾ A ਦਾ। 40 ਇੱਕ ਸੈਕਿੰਡ। ਯਸ, ਗ੍ਰੈਂਡਫਾਦਰ ਹੀ ਬਣਦਾ ਵਾ। ਤੁਸੀਂ ਰਿਲੇਸ਼ਨ ਦਾ ਕੁਐਸਚਨ ਕਈ ਵਾਰ ਆਉਂਦਾ ਐਗਜ਼ਾਮੀਨੇਸ਼ਨ ਵਿੱਚ, ਇਸ ਕਰਕੇ ਇਹਨੂੰ ਵੀ ਸਾਰੇ ਬੱਚੇ ਜਿਹੜੇ ਨੇ ਧਿਆਨ ਨਾਲ ਐਕਸਪਲੇਨ ਕਰ ਲੈਣਾ। ਠੀਕ ਹੈ। यस सर। ਓਕੇ, ਲੈਟ ਅਸ ਕੁਐਸਚਨ। ਸੋ ਕੁਐਸਚਨ ਨੰਬਰ 40 ਦਾ ਜਿਹੜਾ ਆਨਸਰ ਸੀਗਾ ਦੈਟ ਵਾਜ਼ ਗ੍ਰੈਂਡਫਾਦਰ। ਓਕੇ, ਮੈਂ ਹੁਣ ਬਹੁਤਾ ਐਕਸਪਲੇਨ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਵੀ ਸਮਝਦੀ ਹੈਗੀ ਹੈ। ਕਾਫੀ ਬੱਚੇ ਦਾ ਸਹੀ ਆਨਸਰ ਦੇ ਦਿੱਤਾ ਸੀ। ਕੁਐਸਚਨ ਨੰਬਰ 40 ਥੋੜਾ ਜਿਹਾ ਟੈਕਨੀਕਲ ਹੈ, ਇਹਨੂੰ ਸਮਝਣੇ ਪੈਣਾ ਬੇਟਾ। ਫਰੋਮ ਦਾ ਗਿਵਨ ਅਲਟਰਨੇਟਿਵ, ਸ਼ਾਇਦ ਤੁਹਾਡੇ ਕੋਲ ਪੜਿਆ ਨਾ ਜਾਂਦਾ ਹੋਵੇ। Select not be found using the letter of the given word. ਇਹ ਸ਼ਬਦਾਂ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਉਹ ਵਰਡ ਹੈ ਜਿਹੜਾ ਇਹਨਾਂ ਤੋਂ ਬਗੈਰ ਲਿਖਿਆ ਗਿਆ ਵਾ? ਮੀਨਸ ਇਹ ਨਹੀਂ ਬਣ ਸਕਦਾ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਇਸ ਉੱਪਰਲੀ ਸਟੇਟਮੈਂਟ ਤੋਂ ਬਿਨਾਂ ਨਹੀਂ ਬਣ ਸਕਦਾ? A, B, C ਔਰ D? ਸਰ B। ਸਰ B। सर बी। ਸਰ C ਨਹੀਂ ਹੈਗਾ ਵਿੱਚ। सर बी। ਸਰ B। B ਸਰ B। ਸਰ B सर ਆਏਗਾ। बी आएगा। TOXI, ਅੱਛਾ C ਹੈ ਨਹੀਂ ਵਿੱਚ। ਯਸ, यस C सर। ਹੈ ਨਹੀਂ ਵਿੱਚ, ਇਸ ਕਰਕੇ ਆਨਸਰ ਦਾ B ਹੈ। ਹਾਂਜੀ sir। ਬਿਲਕੁਲ ਠੀਕ ਹੈ। ਇਹਦੇ ਚ B ਸਰ। ਕਿਉਂਕਿ C ਕਿਤੇ ਵੀ ਨਹੀਂ ਹੈਗਾ, तो C ਇਹਦਾ ਆਨਸਰ ਬਣਦਾ ਸੀ। ਬਿਲਕੁਲ ਠੀਕ। ਗੁੱਡ ਗੁੱਡ ਗੁੱਡ। क्वेश्चन। ਸਰ ਮੈਨੂੰ ਇਹ ਵਾਲੇ ਕੰਮ ਔਖੇ ਲੱਗਦੇ ਆ, ਇਹ ਵਾਲੇ ਸੌਖੇ ਲੱਗਦੇ ਆ। ਸਰ ਜਿਹੜੇ ਥੱਲੇ ਆ ਜਿਹੜਾ ਤੁਰੇ ਵਾਲੇ ਪੁਆਇੰਟ ਤੋਂ ਇਹ ਵਾਲੇ ਔਖੇ ਲੱਗਦੇ ਆ। ਅੱਛਾ ਠੀਕ ਹੈ, ਓਕੇ ਕੋਈ ਗੱਲ ਨਹੀਂ। ਮੀਰਾ ਸਟਾਰਟਸ ਐਟ ਪੁਆਇੰਟ T while walks straight to point U. Which feet or way she turns left at 90 degree and walks? Okay, मैं इदा करता हूँ इस क्वेश्चन में एक्सप्लेन करना नाल नाल है भी थोड़ा लंबा ना लेंथी है। हाँ जी यार ਤੁਸੀਂ ਕਰਨਾ ਹੈ ਪਹਿਲੇ। ਸਰ ਕਰ ਲੈਣੇ ਇੱਕ ਵਾਰ। करो 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 करो।
ਸਰ ਤੁਸੀਂ ਕਰ ਦਿਓ ਐਕਸਪਲੇਨ ਤੇ ਸੋਲਵ ਵੀ। ओके ਇਸ ਚ ਮੈਥ ਹੀ ਬੜਾ ਹੈ। हाँ जी ओके सुनो बच्चों बोलो बोलो आंसर बोल दो तुसी करिए ਯੈਸ Yes, ਸਰ sir. ਤੁਸੀਂ ਕਰ ਦਿਓ। ਯੈਸ ਸਰ ओके yeah Meera starts at point T while straight to point U which is and walks straight to point U which is 4 feet away ने from point T straight to point U ਪੁਆਇੰਟ ਜਦੋਂ ਸ਼ੁਰੂ ਕੀਤਾ ਉਹਦਾ ਉਸ ਪੁਆਇੰਟ ਦਾ ਨਾਮ T ਸੀ ਉਹਦਾ ਨਾਮ ਸੀ T ਠੀਕ ਹੈ ਕਿੱਧਰ ਨੂੰ ਗਏ ਜੀ 4 ਫੁੱਟ U ਵੱਲ ਨੂੰ ਠੀਕ ਹੈ ਹਾਂਜੀ ਸਰ which is 4 feet away okay she turns left ਤੁਹਾਨੂੰ ਲੈਫਟ ਰਾਈਟ ਦਾ ਜ਼ਰੂਰ ਪਤਾ ਚਾਹੀਦਾ at she turn left at 90 degree and walks to ਯੂ ਸਰ ਲੈਫਟ W and walks to W ठीक है ਡਬਲਯੂ ਉਹਨੇ 90 ਡਿਗਰੀ ਮੂਵ ਕਰਨਾ 90 ਡਿਗਰੀ ਠੀਕ ਹੈ 90 ਡਿਗਰੀ ਦਾ ਮਤਲਬ ਕੀ ਹੈ ਇੱਥੋਂ U ਤੋਂ ਇੱਥੋਂ 90 ਡਿਗਰੀ ਕਿੰਨਾ ਬਣਨਾ ਹੈ ਤੁਹਾਨੂੰ ਪਤਾ 90 ਡਿਗਰੀ ਸਿੱਧਾ ਹੁੰਦਾ ਹੈ ਨਾ ਹਾਂਜੀ ਹਾਂਜੀ 90 डिग्री की बिल्कुल स्ट्रेट है ना ਹਾਂਜੀ सर हाँ जी बोलो सर आंसर में भी 8 फुट है ना कौन बोल रहे हो सर मनदीप ਮਨਦੀਪ ਤੁਹਾਡਾ ਆਨਸਰ ਐਬਸੋਲੂਟਲੀ ਰਾਈਟ ਹੈ ਇਟ ਮੀਨ ਜੀ ਤੁਸੀਂ ਆਪਣੇ ਪੈਨ ਤੇ ਨੋਟਬੁੱਕ ਤੇ ਕੱਢਿਆ ਹੋਇਆ हाँ जी सर ਗੁੱਡ ਬਹੁਤ ਬੜੀਆ ਜੀ ਆਨਸਰ ਦਾ 8 ਹੀ ਹੈ ਓਕੇ ਸੋ ਇਥੋਂ ਨੇ 90 ਡਿਗਰੀ ਵੱਲ ਨੂੰ ਜਾਣਾ ਹੈ ਠੀਕ ਹੈ which is W which is 4 feet away from ਇਥੋਂ 4 ਫੁੱਟ ਫਿਰ ਉੱਪਰ ਨੂੰ ਗਈ ਹੈ W ਵੱਲ ਠੀਕ ਹੈ ਇਹ 90 ਡਿਗਰੀ ਹੈ turns 90 degree right and goes 10 feet to P ਫਿਰ ਇਹ ਰਾਈਟ ਇਹਦਾ ਰਾਈਟ ਇੱਧਰ ਬਣਨਾ ਵਾ ਇਹ ਬਿਲਕੁਲ ਸਟ੍ਰੇਟ ਸਰ ਫਿਰ ਚੱਲ 8 ਗਈ ਫੀਟ ਆ ਗਿਆ ਆਨਸਰ ਬਣ ਗਿਆ ਨਾ 8 ਫੀਟ ਹਾਂਜੀ ਸਰ ਮਨਦੀਪ ਦਾ ਵੀ ਠੀਕ ਸੀਗਾ ਇਹਦਾ ਵੀ ਠੀਕ ਹੋ ਗਿਆ ਸੋ ਇਹ ਫਿਰ 90 ਡਿਗਰੀ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਈਟ ਤੇ ਲੈਫਟ ਦਾ ਤੇ ਡਿਗਰੀਆਂ ਦਾ ਦੋ ਹੀ ਚੀਜ਼ਾਂ ਨੇ ਇਹਦੇ ਚ ਜੇ ਪਤਾ ਵਾ ਤੇ ਬਸ ਤੁਹਾਡਾ ਆਨਸਰ 8 ਸਾਰਾ ਨਿਕਲਣਾ ਇਸ ਸਮਝ ਲੱਗੀ ਹੈ ਨਾ ਸੁਣ ਲਓ ਓਕੇ ਫਿਰ ਆਪਾਂ ਇਹਨੂੰ ਐਕਸਪਲੇਨ ਨਹੀਂ ਕਰਨਾ ਤੁਹਾਨੂੰ ਇਹ ਕੁਐਸਚਨ ਮੈਂ ਭੇਜ ਸਰ ਦੇਣਾ ਡਾਇਗਰਾਮ ਬਣਾ ਕੇ ਸਮਝ ਆ ਜਾਊਗਾ ਹਾਂਜੀ ਜਿੰਨੇ ਡਾਇਗਰਾਮ ਬਣਾ ਲੈਣਾ ਉਹਨੂੰ ਸਮਝ ਆ ਜਾਊਗਾ ਓਕੇ ਤੁਹਾਨੂੰ ਸਿਰਫ ਇੰਨਾ ਸਮਝਣ ਦੀ ਲੋੜ ਹੈ ਜਿਹਨੂੰ ਇਹ ਸਮਝ ਲੱਗ ਗਿਆ ਵੀ ਇਸ ਪਾਸੇ ਨੂੰ ਰਾਈਟ ਕਹਿੰਦੇ ਆ ਤੇ ਇਸ ਪਾਸੇ ਨੂੰ ਲੈਫਟ ਨੰਬਰ 1 ਨੰਬਰ 2 ਇਹ ਦੱਸਣਾ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਿਸ ਇਜ਼ 90 ਡਿਗਰੀ ਇਹ ਸਿੱਧੀ ਲਾਈਨ 90 ਡਿਗਰੀ ਹੈ ਜੇ ਇੱਥੋਂ ਰਾਈਟ ਨੂੰ ਜਾਣਾ ਹੈ ਇੱਧਰ ਨੂੰ 90 ਡਿਗਰੀ ਇਹ ਲਾਈਨ ਹੈ ਦਿਸ ਇਜ਼ ਆਲਸੋ 90 ਡਿਗਰੀ ਫਰੋਮ ਹੇਅਰ तो ਇਹ 90 ਡਿਗਰੀ ਹੈ ਠੀਕ ਹੈ ਯੈਸ ਚਲੋ ਓਕੇ ਠੀਕ ਹੈ ਆਪਾਂ ਬਹੁਤਾ ਇਹਨੂੰ ਐਕਸਪਲੇਨ ਨਹੀਂ ਕਰਨਾ ਕਲੀਅਰ ਹੋ ਗਿਆ ਤੇ ਚਲੋ ਆਪਾਂ ਅੱਗੇ ਚੱਲੀਏ ਕੁਐਸਚਨ ਨੰਬਰ 42 ਦਾ ਆਨਸਰ 8 ਫੁੱਟ ਹੈ आंसर है ठीक है ओके देखो जी मोहन स्टार्ट्स फ्रॉम द पॉइंट ए एंड वॉक्स टुवर्ड्स द साउथ turns left and walks 1 kilometer then he turns left again and walks 1 kilometer now he is facing ਕਿਹੜੀ ਡਾਇਰੈਕਸ਼ਨ ਨੂੰ ਫੇਸ
देखोगे बिल्कुल ठीक है आंसर जो कितनी लगी सी पर समझे भी ਤੁਸੀਂ ਲਿਆ ਵਾ ਬੜੀ ਅੱਛੀ ਗੱਲ ਹੈ ਬੇਟਾ ਗੁੱਡ ਜਿੱਦਾਂ ਆਪਾਂ ਲੈਫਟ ਰਾਈਟ ਦੱਸਿਆ ਵਾ ਉਸੇ ਤਰ੍ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜੀ ਲਾਈਨ ਉੱਪਰ ਨੂੰ ਜਾਂਦੀ ਹੈ that is called ਨਾਰਥ ਜਿਹੜੀ ਨੀਚੇ ਨੂੰ ਜਾਂਦੀ ਹੈ that is called ਸਾਊਥ ਜਿਹੜੀ ਇਸ ਪਾਸੇ ਨੂੰ ਜਾਂਦੀ ਹੈ that is called ਈਸਟ that is called ਵੈਸਟ ਠੀਕ ਹੈ ਵੈਸਟ ਜੇਕਰ ਤੁਹਾਨੂੰ ਇਹ ਡਾਇਰੈਕਸ਼ਨ ਦਾ ਪਤਾ ਲੱਗ ਜਾਏ ਤੇ ਡੈਫੀਨਿਟਲੀ ਤੁਸੀਂ ਇਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ ਇਹਦਾ ਆਨਸਰ ਨਾਰਥ ਹੈ ਠੀਕ ਹੈ ਠੀਕ ਹੈ ਯੈਸ ਸਰ ਇਹਨੂੰ ਹੋਰ ਐਕਸਪਲੇਨ ਕਰਨ ਇਹਨੂੰ ਆਰਾਮ ਨਾਲ ਤੁਸੀਂ ਡਾਇਗਰਾਮ ਬਣਾ ਸਕਦੇ ਹੋ ਜੇਕਰ ਤੁਸੀਂ ਚਾਹੋ ਤੇ ਪ੍ਰਸ਼ਨ ਨੂੰ ਮੈਂ ਸਮਝ ਨਹੀਂ ਤੇ ਆਪਾਂ ਚੱਲਦੇ ਹਾਂ नहीं सर वो पहला वाला समझा दो बाकी ये पूछ वाला लो सर समझा सब तो गया पूछ लो ओके सुनो बेटा पहला मैं तो ये कह रहा ਜਿਹੜਾ ਕੋ ਲੰਬਾ 42 ਕੁਐਸਚਨ ਉਹਦੀ ਲੰਬਾਈ ਬਹੁਤ ਹੈ ਕੁਐਸਚਨ ਬਹੁਤ ਵੱਡਾ ਹੈ ਠੀਕ ਹੈ ਫਿਰ ਵੀ ਜੇ ਸਮਝ ਨਹੀਂ ਲੱਗੇਗੀ ਤੁਸੀਂ ਕੱਲ ਦੱਸ ਦਿਓ ਮੈਂ ਆਪਾਂ ਕੱਲ ਵੀ ਇਹਨੂੰ ਕੱਢ ਕੇ ਸਮਝ ਲਾਂਗੇ ਓਕੇ ओके ਸਰ ओके सर ਆਪਾਂ ਦੁਬਾਰਾ ਵੀ ਇਹਨੂੰ ਸਮਝ ਸਕਦੇ ਹਾਂ ਅਸੀਂ ਕੋਈ ਗੱਲ ਨਹੀਂ ਜਿਹੜਾ ਕੁਐਸਚਨ ਆਪਾਂ ਇੱਕ ਵਾਰੀ ਕਰ ਲਿਆ ਦੁਬਾਰਾ ਨਹੀਂ ਕਰਨਾ ਹਾਂਜੀ ਸਰ ओके ਤਾਂ ਫਿਰ ਆਪਾਂ ਥੋੜੀ ਜਿਹੀ ਐਕਸਰਸਾਈਜ਼ ਦੂਜੀ ਦੇਖਣੀ ਹੈ ਇੰਗਲਿਸ਼ ਵਾਲਾ ਔਰ ਦੂਜਾ ਜਿਹੜਾ ਵਰਲਡ ਵਾਲਾ ਉਹ ਚ ਕੁਝ ਸਟੇਟਮੈਂਟਸ ਦੇਖਣੀਆਂ ਨੇ 44 सर एक्सप्लेन कर दो थोड़ा ओके बेटा एक्सप्लेन करा इन ए ग्रुप ऑफ फ्रेंड्स टू men have wives ਇੱਕ ਦੋਸਤਾਂ ਦਾ ਗਰੁੱਪ ਹੈ ਉਹਦੇ ਚ ਦੋ ਦੋਸਤ ਨੇ ਜਿਹੜੇ ਉਹਨਾਂ ਦੀਆਂ ਪਤਨੀਆਂ ਹੈਗੀਆਂ ਤੇ one is a bachelor ਇੱਕ ਦੋਸਤ ਉਹ ਹੈ ਜਿਹੜਾ ਕੁਆਰਾ ਜੇ another's wife is dead ਇੱਕ ਉਹ ਦੋਸਤ ਹੈ ਜਿਹਦੀ ਵਾਈਫ ਐਕਸਪਾਇਰ ਹੋ ਚੁੱਕੀ ਹੈ two are divorced सर इसका आंसर आऊगा ए ਉਹ ਦੋ ओके two are divorcees दो दोस्तों ने डिवोर्स हो चुका Yes, means sir, their A wives आएगा। are not with ए them आंसर आऊगा सर Good. सर ये आएगा ओके ओके देख लेंगे हाँ जी और सर ठहर जो एक्सप्लेन करो दे टेक 4 चिल्ड्रन विद देम चार बच्चे भी नाल ले गए ने यस सर ये आएगा पिकनिक ते गए हाउ मेनी Sir, मैं हैव explain करा? गॉन टू द पिकनिक कर दो सर explain ए आऊगा सर, ऑप्शन ए 12 चलो बारह let her सर इसका explain 12 आंसर है बोलो जी एक्सप्लेन कौन करने लगा सी करो सर मैं करा ਸਰ ਕਰੋ। ਇੱਕ ਗਰੁੱਪ ਹੈ ਫਰੈਂਡਸ ਦਾ ਉਹਦੇ ਵਿੱਚ ਦੋ ਮੈਨਸ ਹੈ ਜਿਨ੍ਹਾਂ ਦੀਆਂ ਵਾਈਫਸ ਹੈ ਦੋ ਇਹੋ ਜਿਹੇ ਬੰਦੇ ਆ ਜਿਨ੍ਹਾਂ ਦਾ ਵਿਆਹ ਹੋਇਆ ਉਹਨਾਂ ਦੀਆਂ ਪਤਨੀਆਂ ਤੇ ਉਹ ਹੋ ਗਏ ਚਾਰ ਇੱਕ ਜਿਹੜਾ ਉਹਦਾ ਵਿਆਹ ਨਹੀਂ ਹੋਇਆ ਉਹ ਕੁਆਰਾ ਹੈ ਇਹਨੂੰ ਮਿਲਾ ਕੇ ਹੋ ਗਏ 5 ਤੇ ਇੱਕ ਦੀ ਵਾਈਫ ਮਰ ਚੁੱਕੀ ਹੈ ਉਹਨੂੰ ਮਿਲਾ ਕੇ ਹੋ ਗਏ 6 ਤੇ ਦੋ ਦੇ ਡਿਵੋਰਸ ਹੋ ਚੁੱਕੇ ਆ ਉਹਨੂੰ ਮਿਲਾ ਕੇ ਹੋ ਗਏ 8 ਤੇ ਨਾਲ ਉਹਨਾਂ ਦੇ 4 ਚਿਲਡਰਨ ਹੈ ਇਹ 8 4 12 ਇਸ ਕਰਕੇ ਇਹਦਾ ਆਨਸਰ ਆਏਗਾ 12 वेरी एक्सप्लेन किने कीता ਸਰ ਮਨਮੀਤ ਕੌਰ मैं मनमीत कौर सिद्धू संधू ਓਨਲੀ ਮਨਮੀਤ ओके ओनली मनमीत ठीक है मेरे को 3-4 मनमीता ने इस करके भुलेखा लग जाता ओके बेटा राइट सो गुड सारिਆਂ ਨੂੰ ਪਤਾ ਲੱਗ ਗਿਆ ਕਿ ਇਹਦਾ ਆਨਸਰ ਜਿਹੜਾ 12 ਕਿਦਾਂ ਆਇਆ ਠੀਕ ਹੈ ਸੋ आप आगे चलिए हुण आप एक्सरसाइज करनी है दूजी एक मिनट होल्ड रखियो कॉल आ गई मैं सुन लवा ये कॉल नहीं सुनी तो आवाज सुना ਓਕੇ ਸਰ ओके ओके चलो मैं दूजा करिए जमा कर लिया सी ये सीगा वर्ल्ड वाला ਇਹਦੇ ਚ ਕੁਝ ਇੱਕ ਖਾਸ ਗੱਲਾਂ ਸੀ ਬਾਕੀ ਜ਼ਿਆਦਾ ਨਹੀਂ ਸੀ ਪਰ ਮੈਂ ਭੇਜ ਦਿਆਂਗਾ ओके सर ਬਹੁਤ ਵੱਡੀ सर केड़ा ਸਟੇਟਮੈਂਟ ਸੀ पढ़ना है?
ਇਹ पढ़ो पहले जुलाई वाला एक सर वाला मैं पढ़ा स्क्रीन नहीं दिख रही पढ़ मेनू दो ते सर सर मैं पढ़ा पढ़ दियो रशियन इंस्टीट्यूशनल तो इन कट के दोबारा लियाओगी ता टू गिव प्रेसिडेंट सर किसी ਨੂੰ ਵੀ ਨਹੀਂ ਸ਼ੋ ਹੋ ਰਹੀ सर नहीं सर कितने मेनू हो पढ़ रही है सर मेनू भी हो सर रही मेनू है हो रही है बाहर ਸਰ ਮੈਨੂੰ ਹੋ ਰਹੀ ਹੈ ਤੇ ਸਾਰਿਆਂ ਨੂੰ ਫਿਰ ਹੋ ਰਹੀ ਹੈ, ਫਿਰ ਬਸ ਇੱਕ ਦੋ ਨੂੰ ਨਹੀਂ ਹੋ ਰਹੀ, ਉਹ ਦੁਬਾਰਾ ਬੇਟਾ ਕੱਟ ਕੇ ਲਗਾਓ। ਬਾਹਰ ਆ ਕੇ ਫਿਰ ਐਂਟਰ ਕਰੋ, ਹੋ ਜਾਏਗੀ। referendum votes to give president सर पढ़ा ਪੜੋ ਪੜੋ ਬਾਹਰ ਤੁਸੀਂ ਪੜਨ ਲੱਗੇ ਸੀ। रशियन कॉन्स्टिट्यूशनल रेफरेंडम votes to give President Vladimir Putin power to seek 2 further 6-year terms when his current term ends in 2024. ਕੀ ਮਤਲਬ ਨਿਕਲਿਆ ਦਾ? ਸਰ ਕਹਿੰਦੇ ਜਿਹੜਾ ਰਸ਼ੀਅਨ ਕਨਸਟੀਟਿਊਸ਼ਨ ਹੈ ਉਹ ਜਿਹੜੇ ਮਤਲਬ ਰਸ਼ੀਅਨ ਕਨਸਟੀਟਿਊਸ਼ਨ ਦੇ ਸ਼ਾਇਦ ਲੋਕ ਨੇ ਉਹ ਆਪਣੀ ਵੋਟਸ ਦੇਣਗੇ ਪ੍ਰੈਜ਼ੀਡੈਂਟ ਵਲਾਦੀਮੀਰ ਨੂੰ। ਇੱਕ ਮਿੰਟ ਸਰ ਮੈਂ ਖੁਦ ਸਮਝ ਲਾਂ ਪਹਿਲੇ। ਰੁਕੋ ਚਲੋ ਕੋਈ ਨਹੀਂ, ਮੈਂ ਐਕਸਪਲੇਨ ਕਰ ਦਿੰਦਾ। ਦੋ ਤਿੰਨ ਚੀਜ਼ਾਂ ਸਮਝਾਉਣ ਵਾਲੀਆਂ। ਬੇਟਾ ਦੇਖੋ, ਰੈਫਰੈਂਡਮ ਦਾ ਮਤਲਬ ਹੁੰਦਾ ਵੋਟ ਕਰਨੀ, ਯੈਸ ਔਰ ਨੋ, ਠੀਕ ਹੈ। ਲੋਕਾਂ ਨੂੰ ਜਦੋਂ ਲੋਕਾਂ ਦੀ ਰਾਏ ਪੁੱਛੀ ਜਾਂਦੀ ਹੈ ਬਈ ਦੱਸੋ ਤੁਸੀਂ ਇਸ ਚੀਜ਼ ਦੇ ਹੱਕ ਵਿੱਚ ਹੋ ਜਾਂ ਨਹੀਂ, ਯੈਸ ਔਰ ਨੋ, ਉਹਨੂੰ ਕਹਿੰਦੇ ਆ ਰਿਫਰੈਂਡਮ। ਕੀ ਕਹਿੰਦੇ ਆ? ਰਿਫਰੈਂਡਮ। ਰਸ਼ੀਆ ਦੇ ਵਿੱਚ ਰੈਫਰੈਂਡਮ ਹੋਇਆ, ਸੰਵਿਧਾਨਕ ਰੈਫਰੈਂਡਮ ਹੋਇਆ ਤੇ ਉਹਦੇ ਵਿੱਚ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ, ਇਹ ਜਿਹੜਾ ਫੋਟੋ ਹੈ ਇਹ ਰਸ਼ੀਆ ਦਾ ਪ੍ਰੈਜ਼ੀਡੈਂਟ ਹੈ, ਇਹਨੂੰ ਪਾਵਰ ਮਿਲ ਗਈ ਹੈ 2 ਫਰਦਰ 6-year ਟਰਮ, 6 ਸਾਲ ਹੋਰ ਰਾਜ ਕਰਨ ਦੀ 2024 ਤੱਕ, ਠੀਕ ਹੈ, 2024 ਤੱਕ। ਜਿਹੜੀ ਹਿਸ ਕਰੰਟ ਟਰਮ ਮਤਲਬ 2024 ਤੱਕ ਨਹੀਂ, 2024 ਤੋਂ ਬਾਅਦ ਵੀ, 2024 ਤੋਂ ਬਾਅਦ ਵੀ ਵੈਨ ਹਿਸ ਕਰੰਟ ਟਰਮ ਐਂਡਸ ਇਨ 2024, ਜਦੋਂ 2024 ਚ ਇਹਦੀ ਟਰਮ ਖਤਮ ਹੋਏਗੀ ਉਸ ਤੋਂ ਬਾਅਦ ਵੀ 6 ਸਾਲ ਰਾਜ ਕਰਨ ਦਾ ਜਿਹੜਾ ਰੈਫਰੈਂਡਮ ਹੈ ਇਹਦੀ ਫੇਵਰ ਚ ਹੋ ਗਿਆ, ਠੀਕ ਹੈ। ਪੁਤਿਨ ਜਿਹੜਾ ਪੁਤਿਨ ਹੈ ਉਸ ਤੋਂ ਬਾਅਦ ਵੀ 6 ਸਾਲ ਰਾਸ਼ਟਰਪਤੀ ਰਹਿ ਸਕਦਾ, ਠੀਕ ਹੈ। ਇਹ ਇਹਦਾ ਮਤਲਬ। ਬਹੁਤ ਅੱਛੀ ਗੱਲ ਹੈ ਜੀ। ਇੱਥੇ ਇੱਕ ਹੋਰ ਸੀਗੀ ਇੰਪੋਰਟੈਂਟ ਸੀ, ਹਾਂ ਇਹ ਦੇਖੋ ਜਿਹੜਾ 7 ਨਵੰਬਰ ਵਾਲਾ। सर दिख नहीं रहा, दिख गया सर दिख नहीं रहा, ब्लर आ रहे हैं। Biden is elected as सर मैं पढ़ देना जो 46th president of the जो सर बाइडन दिख रहा है। हाँ जी Joe Biden is elected as the 46th President of the United States after a bitter contest with incumbent President Donald Trump. Donald Trump. ਗੁੱਡ। ਇਹਦਾ ਅਰਥ ਇਹ ਆ, ਪਤਾ ਹੀ ਤੁਹਾਨੂੰ ਲੱਗ ਗਿਆ ਵੀ ਜੋ ਬਾਈਡਨ ਸਰ, ਬਣ ਹਾਂਜੀ। ਗਿਆ ਵਾ ਅਮਰੀਕਾ ਦਾ ਕਿੰਨਵਾਂ ਰਾਸ਼ਟਰਪਤੀ? 46 42ਵਾਂ ਰਾਸ਼ਟਰਪਤੀ। ਕਿੱਥੋਂ ਦਾ ਬਣਿਆ ਜੀ? ਯੂਨਾਈਟਿਡ ਸਟੇਟਸ ਦਾ, ਠੀਕ ਹੈ। United States ਇਹਨੇ ਹਰਾਇਆ ਵਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ। Trump ਨੂੰ ਇੱਕ ਹੋਰ ਸ਼ਬਦ ਅੰਗਰੇਜ਼ੀ ਦਾ ਤੁਹਾਡੇ ਸਮਝਣ ਵਾਲਾ ਵਾ, ਉਹ ਹੈ ਇਨਕੰਬੈਂਟ। ਇਨਕੰਬੈਂਟ ਮਤਲਬ ਜਿਹੜਾ ਉਸ ਵੇਲੇ ਜੌਬ ਵਿੱਚ ਹੋਏ, ਬਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 46ਵਾਂ ਰਾਸ਼ਟਰਪਤੀ ਬਣ ਗਿਆ ਵਾ ਜੋ ਬਾਈਡਨ, ਠੀਕ ਹੈ ਜੀ। ਲੇਟੈਸਟ, ਠੀਕ ਹੈ। ਲੇਟੈਸਟ, ਲਾਟੈਸਟ ਇਹਨੂੰ ਲੇਟੈਸਟ ਕਹਿੰਦੇ ਆ, ਠੀਕ ਹੈ। LATEST ਮਤਲਬ ਲੇਟੈਸਟ ਮਤਲਬ ਤਾਜ਼ਾ ਤਰੀਨ, ਠੀਕ ਹੈ। ਓਕੇ, ਲੈਟ ਅਸ ਮੂਵ ਫੋਰਵਰਡ। ਜੀ ਕਈ ਖਬਰਾਂ ਹੁੰਦੀਆਂ ਨੇ ਜਾਂ ਇੰਪੋਰਟੈਂਟ ਨੇ ਜਾਂ ਇੰਪੋਰਟੈਂਟ ਨੇ। ਇਹ ਪੜੋ ਜੀ, 16 ਪੇਜ ਤੁਹਾਨੂੰ ਮੈਂ ਸਾਰੀਆਂ ਦੇਣੀਆਂ ਨੇ, ਐਕਸਪਲੇਨ ਥੋੜੀਆਂ ਕਰਨੀਆਂ। ਬੋਲੋ।
Okay. Yoshihide Suga takes over as new Prime Minister of Japan, replacing Shinzo Abe, who resigned over health reasons after being the longest-serving Prime Minister in the history of Japan. Yoshihide Suga takes over as new Prime Minister. जो सर चल गया पता। योशीहाइड सुगा ਉਹ ਨਿਊ चलो कोई ਪ੍ਰਾਈਮ होर एक्सप्लेन ਮਿਨਿਸਟਰ करे ਬਣਿਆ बाहर तुसी रुक जाओ ਜਾਪਾਨ किसी ਦਾ और एक्सप्लेन करो ओके सर। कौन करेगा एक्सप्लेन Sir Yoshihide as the Prime Minister of ਜੋ ਸਰ Japan. ਯੋਸ਼ੀਹਾਈਡ ਸੀ ਉਸ Sir जो ਜਾਪਾਨ ਦਾ ਨਿਊ ਪ੍ਰਾਈਮ ਮਿਨਿਸਟਰ ਬਣ ਗਿਆ ਰਿਪਲੇਸਿੰਗ ਸ਼ਿੰਜ਼ੋ ਏਬ ਤੇ ਸ਼ਿੰਜ਼ੋ ਏਬ ਨੇ ਰਿਪਲੇਸ ਕਰਤਾ who resigned over health reasons after being the longest serving prime minister in the history of Japan and ऊंची बोलो जो बेटा शिंजो ऊंची एब सर Sir जो शिंजो योशीहाइड एब ਸੀ ਜੋ ਮਿਨਿਸਟਰ ਬਣਿਆ ਜਾਪਾਨ ਦਾ ਰੀਪਲੇਸ ਕਰਕੇ ਸ਼ਿੰਜ਼ੋ ਐਬੇ ਨੂੰ ਜਿਹੜਾ ਕਿ ਰਿਜ਼ਾਈਨਡ ਕੀਤਾ ਗਿਆ ਸੀ ਓਵਰ ਹੈਲਥ ਰੀਜ਼ਨਸ ਦੇ ਕਾਰਨ ਆਫਟਰ ਬੀਇੰਗ ਦਾ ਲੌਂਗ ਸਰਵਿਸ ਪ੍ਰਾਈਮ ਮਿਨਿਸਟਰ ਹਿਸਟਰੀ ਆਫ ਜਾਪਾਨ ਦੇ ਵਿੱਚ ओके हुण ਇਹਨੂੰ ਦੁਬਾਰਾ ਹੁਣ ਇੱਕ ਵਾਰੀ ਪੜ੍ਹ ਲਿਆ ਤੁਸੀਂ ਇੱਕ ਵਾਰੀ ਦੁਬਾਰਾ ਸ਼ਬਦਾਂ ਚ ਬੋਲੋ ਬੋਲੋ ਦੁਬਾਰਾ सर मैं दसा ਨਹੀਂ ਲੈਟ ਹਰ ਇੱਕ ਵਾਰੀ ਟਰਾਈ ਕਰਨ ਨੂੰ ਦੁਬਾਰਾ ਬੋਲੋ ਬੇਟਾ ਦੁਬਾਰਾ ओके ਹੁਣ सर। ਦੱਸੋ ਸਰ ਜੋ ਜੋਸ਼ੀ ਹਾਈਟ ਸੀਗਾ ਉਹਨੂੰ ਨਿਊ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਜਾਪਾਨ ਦਾ ਰੀਪਲੇਸ ਕਰਕੇ ਸਿੰਜੋ ਐਬੇ ਨੂੰ ਜਿਹਨੂੰ ਰਿਜ਼ਾਈਨਡ ਕੀਤਾ ਗਿਆ ਸੀ ਹੈਲਥ ਰੀਜ਼ਨਸ ਦੇ ਕਾਰਨ ਆਫਟਰ ਬੀਇੰਗ ਲੌਂਗ ਪ੍ਰਾਈਮ ਮਿਨਿਸਟਰ ਹਿਸਟਰੀ ਆਫ ਜਾਪਾਨ ਦੇ ਵਿੱਚ ਗੁੱਡ ਸ਼ਾਬਾਸ਼ ਠੀਕ ਹੈ ਸਰ ਬਾਹਰ ਜਾਪਾਨ ਦੇ ਤੁਸੀਂ ਕੁਝ ਕਹਿਣਾ ਇਤਿਹਾਸ ਦੇ ਚਾਹੁੰਦੇ ਵਿੱਚ ਪ੍ਰਾਈਮ ਮਿਨਿਸਟਰ ਲੰਬੇ ਸਮੇਂ ਬਾਅਦ ਬਣਿਆ। सर मैं करा एक बार। ਹਾਂ ਕਰੋ ਕਰੋ ਬਾਹਰ ਬੋਲੋ ਯਾਰ ਸਰ ਜਿਹੜਾ ਸ਼ਿੰਜ਼ੋ ਐਬ ਸੀ ਉਹਨੇ ਆਪਣੇ ਆਫਿਸ ਤੋਂ ਰਿਜ਼ਾਈਨ ਕਰਤਾ ਕੁਝ ਹੈਲਥ ਇਸ਼ੂਜ਼ ਦੇ ਕਰਕੇ ਤੇ ਉਹੀ ਸੀ ਜਿਹੜਾ ਉਹ ਜਾਪਾਨ ਦਾ ਲੌਂਗੈਸਟ ਪ੍ਰਾਈਮ ਮਿਨਿਸਟਰ ਰਿਹਾ ਵੀ ਸਭ ਤੋਂ ਜ਼ਿਆਦਾ ਉਹਨੇ ਸਰਵ ਕੀਤਾ ਜਾਪਾਨ ਦੇ ਵਿੱਚ ਤੇ ਉਸ ਦੀ ਜਗ੍ਹਾ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਬਣਿਆ ਉਸ ਦਾ ਨਾਮ ਹੈ ਯੋਸ਼ੀਹਾਈਡ ਸੁਗਾ। ਗੁੱਡ ਗੁੱਡ ਸ਼ਾਬਾਸ਼ ਠੀਕ ਹੈ ਸ਼ਾਬਾਸ਼ ਸਾਰੇ ਬੱਚਿਆਂ ਵਧੀਆ ਦੱਸਿਆ ਕੋਈ ਹੋਰ ਬੱਚਾ ਵੀ ਕਹਿਣਾ ਚਾਹੁੰਦਾ ਕੁਝ ਠੀਕ ਹੈ ਗੀਤਾ ਓਕੇ ਗੀਤਾ ਬੋਲੋ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਜਾਪਾਨ ਦਾ ਉਹ ਸਿੰਜੋ ਐਬ ਹੀ ਤੇ ਉਹਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਉਹਦੀ ਜਗ੍ਹਾ ਤੇ ਜੋ ਸੁਗਾ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਿਆ ਜਾਪਾਨ ਦਾ। ਗੁੱਡ ਵੈਰੀ ਗੁੱਡ ਬਹੁਤ ਵਧੀਆ ਬਸ ਇਹੀ ਹੈ ਦੋ ਤਿੰਨ ਗੱਲਾਂ ਇਹ ਯਾਦ ਰੱਖਣ ਵਾਲੀਆਂ ਨੇ ਪਹਿਲੀ ਗੱਲ ਹੈ ਜਾਪਾਨ ਦੇ ਨਿਊ ਪ੍ਰਾਈਮ ਮਿਨਿਸਟਰ ਦਾ ਨਾਮ ਕੀ ਹੈ ਉਹ ਪਤਾ ਲੱਗ ਗਿਆ ਦੂਜੀ ਗੱਲ ਇਹ ਸ਼ਿੰਜੋ ਅਬੇ ਪ੍ਰਾਈਮ ਮਿਨਿਸਟਰ ਸੀਗਾ ਜਿਹਨੇ ਰਿਜ਼ਾਈਨ ਕਰਤਾ ਸੀ ਕਿਉਂਕਿ ਉਹਦੀ ਸਿਹਤ ਠੀਕ ਨਹੀਂ ਸੀ ਠੀਕ ਹੈ ਤੇ ਇਹ ਯਾਦ ਰੱਖਣਾ ਸ਼ਿੰਜੋ ਅਬੇ ਉਹ ਸੀ ਜਿਹੜਾ ਲੌਂਗੈਸਟ ਸਰਵਿੰਗ ਰਿਹਾ ਵਾ ਭਾਵ ਜਾਪਾਨ ਇੰਨਾ ਸਮਾਂ ਮੰਤਰੀ ਹੋਰ ਕੋਈ ਨਹੀਂ ਰਿਹਾ ਜਿੰਨਾ ਸ਼ਿੰਜੋ ਅਬੇ ਰਿਹਾ ਸੋ ਦਿਸ ਇਜ਼ ਅ ਫੋਟੋ ਆਫ ਯੋਸ਼ੀਦੇ ਸੁਗਾ डियर स्टूडेंट्स थैंक यू और मैं तो जल्दी भेज दांगा जरा यही पेज पढ़ते रहो सफल हो ऑल द बेस्ट ठीक है जी ਓਕੇ ਸਰ ਥੈਂਕ ਯੂ। ओके सर। ओके गुड बाय थैंक टेक केयर ਥੈਂਕ ਯੂ ਸਰ। ओके सर थैंक यू। बाय सर बाय। issue
ਹੈਲੋ ਮਿਸ਼ਟੀ, ਹਾਏ ਮੈਂ ਵੀ ਕਿੱਦਾਂ? ਵਧੀਆ। ਅੱਛਾ, ਬੀਏ ਕਿਵੇਂ ਲੱਗਾ ਦੀ ਕਲਾਸ? ਕਿਵੇਂ? ਮੈਂ ਕਿਹਾ ਬੀਏ ਦੀ ਕਲਾਸ ਕਿੱਦਾਂ ਦੀ ਲੱਗ ਰਹੀ ਹੈ? ਹਾਂ ਬਹੁਤ ਇੰਟਰਸਟਿੰਗ ਹੈ। ਇੰਟਰਸਟਿੰਗ। ਓਕੇ। +1 ਦਾ ਹੀ ਸਿਲੇਬਸ ਹੈ। +1 +2 ਮਿਕਸ ਜਿਹਾ ਹੀ ਹੋਊ ਆਈ ਥਿੰਕ। ਹਾਂ ਹਾਂ, ਮੈਂ ਨਾ ਕਲਾਸ ਨਹੀਂ ਲਗਵਾਉਂਦੀ, ਬਾਅਦ ਵਿੱਚ ਵੀਡੀਓ ਦੇਖਣੀ ਹੈ ਇਹਦੀ। ਅੱਛਾ, ਹਾਂ ਆਂਦੇ ਨਹੀਂ ਹੈਗੇ, ਮੈਂ ਵੀ ਦੇਖਦੀ ਹਾਂ। ਮੈਂ ਕਿੰਨੇ ਦਿਨ ਹੋ ਗਏ ਮੈਂ ਨੀ ਆਈ, ਹੁਣ ਮੈਂ ਬਾਅਦ ਵਿੱਚ ਕਲਾਸ ਲਗਾ ਲੈਂਦੀ ਹਾਂ, ਵੀਡੀਓ ਦੇਖ ਲੈਂਦੀ ਹਾਂ। ਹਮ ਤੁਸੀਂ ਰੂਟੀਨ ਲਗਾਉਂਦੇ ਨਾ? ਹਮ ਅੱਛਾ ਓਕੇ, ਸਾਰੇ ਆਉਂਦੇ, ਸਾਰੇ ਸਟੂਡੈਂਟਸ? ਹਾਂ ਸਾਰੇ ਹੀ ਆਉਂਦੇ ਆ। ਓਕੇ 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 ਓਕੇ। ਓਕੇ ਫਿਰ ਬਾਏ। ਬਾਏ ਬਾਏ, ਠੀਕ ਹੈ ਬਾਏ। ਕਿਰਨ, ਮਨਮੀਤ, ਹੈਲੋ ਮਨਮੀਤ, ਹੈਲੋ ਹੈਲੋ ਸਿਮਰਨ। ਮਨਮੀਤ, ਹੈਲੋ ਕਿਆ ਹਾਲ? ਵਧੀਆ ਵਧੀਆ। ਤੁਸੀਂ ਕਿੱਥੋਂ ਮੈਂ ਬਿਲੋਂਗ ਕਰਦੇ? ਫਿਰੋਜ਼ਪੁਰ ਤੋਂ, ਕਿੱਥੋਂ? ਤੁਸੀਂ? ਫਿਰੋਜ਼ਪੁਰ, ਠੀਕ ਹੈ। ਫਿਰੋਜ਼ਪੁਰ। ਓਕੇ। ਮੈਂ ਪਟਿਆਲੇ ਬਿਲੋਂਗ ਕਰਦੀ ਹਾਂ। ਓਕੇ ਓਕੇ। ਹੋਰ ਤੁਸੀਂ ਨਿਊ ਪਲੱਸ 2 ਦੇ ਹੋ? ਹਮ ਅੱਛਾ, ਮੈਂ ਵੀ ਨਿਊ ਪਲੱਸ 2 ਦੀ ਹਾਂ। ਬੀਏ ਦੀ ਕਲਾਸ ਜੁਆਇਨ ਕਰਦੇ ਹੋ? ਬੀਏ ਵਾਲੀ? ਮੈਂ ਦੋਨੋਂ ਕਰਦੀ ਹਾਂ। ਅੱਛਾ, ਤੁਹਾਡੀ ਸਿਸਟਰ? ਹਾਂਜੀ, ਕੀ ਕਹਿ ਰਹੇ ਹੋ? ਮੈਂ ਕਿਹਾ ਬੀਏ ਦੀ ਕਲਾਸ ਜੁਆਇਨ ਕਰਦੇ ਹੋ? ਹਾਂਜੀ, ਤੁਸੀਂ? ਮੈਂ ਕਰਦੀ ਹਾਂ। ਅੱਛਾ ਕਰਦੀ ਹੋ, ਹੋਰ ਘਰੇ ਠੀਕ ਨੇ? ਹਾਂਜੀ ਸਭ ਵਧੀਆ, ਤੁਸੀਂ ਦੱਸੋ? ਬਸ ਵਧੀਆ, ਹੋਰ? ਹੋਰ ਠੀਕ ਹੈ। ਹਾਂਜੀ, ਤੁਸੀਂ ਆਰਟਸ ਰੱਖੀ ਹੋਣੀ ਸਿੰਪਲ? ਹਾਂ ਸਿੰਪਲ ਆਰਟਸ, ਮੈਂ ਨੋਨ ਮੈਡੀਕਲ ਹੀ ਰੱਖਣੀ ਸੀ ਵੈਸੇ ਤਾਂ, ਬਟ ਮੈਂ +1 'ਚ ਨੋਨ ਮੈਡੀਕਲ ਰੱਖੀ ਸੀ, ਫਿਰ ਮੈਂ ਆਰਟਸ ਰੱਖ ਲਈ, ਕਿਉਂਕਿ ਫਿਰ ਮੈਂ ਅੱਛਾ ਅੱਗੇ ਲਾਅ ਕਰਨੀ ਹੈ, ਇਸ ਕਰਕੇ ਉਹਦੇ ਵਾਸਤੇ ਪੋਲੀਟੀਕਲ ਸਾਇੰਸ ਇੰਪੋਰਟੈਂਟ ਹੈ। ਫਿਰ ਇਸ ਕਰਕੇ ਮੈਨੂੰ ਆਰਟਸ ਰੱਖਣੀ ਪਈ। ਹਾਂਜੀ ਠੀਕ ਹੈ, ਓਕੇ ਚਲੋ ਓਕੇ ਬਾਏ। ਚਲੋ ਠੀਕ ਹੈ ਫਿਰ ਮਿਲਦੇ ਬਾਏ। ਹਾਂ, ਬਾਏ ਬਾਏ।